ਬੱਚਿਓ, ਰੋਜ਼ਾਨਾ ਜ਼ਿੰਦਗੀ ਵਿੱਚ ਜਦੋਂ ਤੁਸੀਂ ਖੇਡਦੇ ਹੋ, ਬਾਲ ਨੂੰ ਉੱਪਰ ਵੱਲ ਸੁੱਟਦੇ ਹੋ, ਤਾਂ ਤੁਸੀਂ ਸਿਰਫ ਉੱਪਰ ਵੱਲ ਫੋਰਸ ਲਗਾ ਕੇ ਬਾਲ ਨੂੰ ਉੱਪਰ ਵੱਲ ਸੁੱਟਿਆ, ਪਰ ਤੁਹਾਡੀ ਉਹ ਬਾਲ ਨੀਚੇ ਗਰਾਊਂਡ ਤੇ ਵਾਪਸ ਆ ਜਾਂਦੀ ਹੈ। ਉਹ ਕਿਉਂ? ਕੋਈ ਹੋਰ ਉਦਾਹਰਣ ਦੇਖੀਏ ਤਾਂ ਫਰੂਟਸ ਜਿਹੜੇ ਨੇ ਉਹ ਦਰਖਤਾਂ ਤੋਂ ਟੁੱਟ ਕੇ ਨੀਚੇ ਵੱਲ ਹੀ, ਧਰਤੀ ਵੱਲ ਹੀ ਕਿਉਂ ਆਉਂਦੇ ਨੇ? ਜਾਂ ਕਿਸੇ ਜਗ੍ਹਾ ਤੋਂ ਪਾਣੀ ਨੀਚੇ ਨੂੰ ਹੀ ਕਿਉਂ ਆਉਂਦਾ ਹੈ? ਇਹ ਸਾਰੀਆਂ ਚੀਜ਼ਾਂ ਦਾ ਕਾਰਨ ਗ੍ਰੈਵਿਟੇਸ਼ਨਲ ਫੋਰਸ, ਜਿਸ ਨੂੰ ਗੁਰਤਾਕਰਸ਼ਣ ਬਲ ਵੀ ਕਿਹਾ ਜਾਂਦਾ ਹੈ, ਉਹ ਹੀ ਹੈ। ਸਰ ਇਸਾਕ ਨਿਊਟਨ ਨੇ ਸਾਨੂੰ ਦੱਸਿਆ ਕਿ ਧਰਤੀ ਸਾਰੀਆਂ ਵਸਤਾਂ ਤੇ ਇੱਕ ਅਟਰੈਕਟਿਵ ਫੋਰਸ ਲਗਾ ਰਹੀ ਹੈ, ਜਿਹਨੂੰ ਅਸੀਂ ਗ੍ਰੈਵਿਟੇਸ਼ਨਲ ਫੋਰਸ ਕਹਿੰਦੇ ਹਾਂ। ਸੋ ਧਰਤੀ ਵਿੱਚ ਇਹ ਕੈਪੈਸਿਟੀ ਹੈ ਕਿ ਉਹ ਹਰ ਇੱਕ ਚੀਜ਼ ਨੂੰ ਆਪਣੇ ਵੱਲ ਖਿੱਚਦੀ ਹੈ। ਕੋਈ ਵੀ ਚੀਜ਼ ਅਸੀਂ ਬਲ ਲਗਾ ਕੇ ਅਗਰ ਉੱਪਰ ਵੱਲ ਸੁੱਟਦੇ ਹਾਂ ਤੇ ਉਹ ਉਦੋਂ ਤੱਕ ਉੱਪਰ ਵੱਲ ਜਾਏਗੀ ਜਦੋਂ ਤੱਕ ਸਾਡਾ ਬਲ 0 ਨਹੀਂ ਹੋ ਜਾਂਦਾ। ਉਸ ਤੋਂ ਬਾਅਦ ਉਹ ਗ੍ਰੈਵਿਟੇਸ਼ਨਲ ਫੋਰਸ ਨਾਲ, ਗੁਰੂਤਵਾਕਰਸ਼ਣ ਨਾਲ ਨੀਚੇ ਨੂੰ ਆ ਜਾਏਗੀ। ਸੋ ਬੱਚਿਓ, ਕੀ ਤੁਹਾਨੂੰ ਪਤਾ ਹੈ ਕਿ ਧਰਤੀ ਦਾ ਇਹ ਗੁਰੂਤਵਾਕਰਸ਼ਣ ਕਿੰਨੀ ਦੂਰੀ ਤੱਕ ਕੰਮ ਕਰਦਾ ਹੈ? ਇਹ ਗੁਰੂਤਵਾਕਰਸ਼ਣ 6400 ਕਿਲੋਮੀਟਰ ਤੱਕ, ਮੀਨਸ ਧਰਤੀ ਦੇ ਸਰਫੇਸ ਤੋਂ 6400 ਕਿਲੋਮੀਟਰ ਉੱਪਰ ਵੱਲ ਜਾਈਏ ਤਾਂ ਇਹ ਉੱਥੋਂ ਤੱਕ ਗ੍ਰੈਵਿਟੇਸ਼ਨਲ ਫੋਰਸ ਐਕਟ ਕਰਦਾ ਹੈ। ਸੋ ਇਸ ਗੁਰੂਤਵਾਕਰਸ਼ਣ ਬਲ ਕਾਰਨ ਹੀ ਧਰਤੀ ਜਿਹੜੀ ਹੈ ਉਹ ਸੂਰਜ ਦੁਆਲੇ ਘੁੰਮ ਰਹੀ ਹੈ, ਜਾਂ ਆਪਾਂ ਕਹੀਏ ਚੰਦਰਮਾ ਜਿਹੜਾ ਹੈ ਉਹ ਧਰਤੀ ਦੁਆਲੇ ਘੁੰਮ ਰਿਹਾ ਹੈ। ਕਿਉਂਕਿ ਕਿਸੇ ਚੀਜ਼ ਨੂੰ ਸਰਕੂਲਰ ਮੋਸ਼ਨ ਲੈਣ ਦੇ ਲਈ ਇੱਕ ਫੋਰਸ, ਇੱਕ ਬਲ, ਜਿਹਨੂੰ ਕਿ ਅਸੀਂ ਸੈਂਟਰੀਪੀਟਲ ਫੋਰਸ ਕਹਿੰਦੇ ਹਾਂ, ਉਹਦੀ ਜ਼ਰੂਰਤ ਹੁੰਦੀ ਹੈ, ਜਿਹੜਾ ਕਿ ਇੱਕ ਕੇਂਦਰੀ ਬਲ ਹੈ। ਸੋ ਉਸ ਟਾਈਮ ਸਾਡਾ ਧਰਤੀ ਦਾ ਗ੍ਰੈਵਿਟੇਸ਼ਨਲ ਫੋਰਸ ਐਜ਼ ਏ ਸੈਂਟਰੀਪੀਟਲ ਫੋਰਸ ਐਕਟ ਕਰਕੇ ਧਰਤੀ ਨੂੰ ਰੋਟੇਸ਼ਨਲ ਮੋਸ਼ਨ ਦਿੰਦਾ ਹੈ, ਤੇ ਉਹੀ ਗ੍ਰੈਵਿਟੇਸ਼ਨਲ ਫੋਰਸ ਚੰਦਰਮਾ ਨੂੰ ਸਰਕੂਲਰ ਮੋਸ਼ਨ ਦੇ ਕੇ ਧਰਤੀ ਦੁਆਲੇ ਘੁਮਾ ਰਿਹਾ ਹੈ। ਬੱਚਿਓ, ਚੱਕਰਾਕਾਰ ਗਤੀ ਕਿਸੇ ਵਸਤੂ ਦੀ ਚੱਕਰਾਕਾਰ ਪਥ ਵਿੱਚ ਘੁੰਮਣ ਦੀ ਪ੍ਰਵਿਰਤੀ ਹੈ। ਜਦੋਂ ਕੋਈ ਵਸਤੂ ਇੱਕ ਨਿਸ਼ਚਿਤ ਚਾਲ ਨਾਲ ਇੱਕ ਚੱਕਰਾਕਾਰ ਪਥ ਵਿੱਚ ਗਤੀ ਕਰਦੀ ਹੈ ਤਾਂ ਹਰੇਕ ਬਿੰਦੂ ਤੇ ਉਸ ਦੀ ਗਤੀ ਦੀ ਦਿਸ਼ਾ ਬਦਲਦੀ ਹੈ। ਦਿਸ਼ਾ ਦੇ ਬਦਲਣ ਨਾਲ ਵੇਗ ਬਦਲਦਾ ਹੈ ਅਤੇ ਪ੍ਰਵੇਗ ਪੈਦਾ ਹੁੰਦਾ ਹੈ। ਜਿਹੜੇ ਬਲ ਦੇ ਕਾਰਨ ਪ੍ਰਵੇਗ ਪੈਦਾ ਹੁੰਦਾ ਹੈ ਅਤੇ ਜਿਹੜਾ ਬਲ ਵਸਤੂ ਨੂੰ ਚੱਕਰਾਕਾਰ ਪਥ ਵਿੱਚ ਗਤੀਸ਼ੀਲ ਰੱਖਦਾ ਹੈ, ਉਹ ਬਲ ਹਮੇਸ਼ਾ ਕੇਂਦਰ ਵੱਲ ਲੱਗਦਾ ਹੈ। ਇਸ ਬਲ ਨੂੰ ਕੇਂਦਰ ਮੁਖੀ ਬਲ ਕਹਿੰਦੇ ਹਨ। ਜਿਸ ਨੂੰ ਅਸੀਂ F ਬਰਾਬਰ ma ਸਮੀਕਰਨ ਦੁਆਰਾ ਮਾਪਦੇ ਹਾਂ। ਜਿਸ ਵਸਤੂ ਦਾ ਪੁੰਜ ਜ਼ਿਆਦਾ ਹੁੰਦਾ ਹੈ, ਉਸ ਉੱਪਰ ਵੀ ਕੇਂਦਰ ਮੁਖੀ ਬਲ ਜ਼ਿਆਦਾ ਲੱਗਦਾ ਹੈ, ਅਤੇ ਜਿੰਨਾ ਜ਼ਿਆਦਾ ਕਿਸੇ ਵਸਤੂ ਉੱਪਰ ਕੇਂਦਰ ਮੁਖੀ ਬਲ ਲੱਗਦਾ ਹੈ, ਉਹ ਵਸਤੂ ਓਨੀ ਹੀ ਤੇਜ਼ੀ ਨਾਲ ਗਤੀ ਕਰਦੀ ਹੈ। ਬੱਚਿਓ, ਅਗਰ ਕੋਈ ਵਸਤੂ ਛੋਟੇ ਅਰਧ ਵਿਆਸ ਵਾਲੇ ਚੱਕਰਾਕਾਰ ਪਥ ਵਿੱਚ ਗਤੀ ਕਰ ਰਹੀ ਹੈ ਤਾਂ ਉਸ ਉੱਪਰ ਕੇਂਦਰ ਮੁਖੀ ਬਲ ਜ਼ਿਆਦਾ ਲੱਗਦਾ ਹੈ, ਕਿਉਂਕਿ ਵਸਤੂ ਦੀ ਦਿਸ਼ਾ ਚੱਕਰਾਕਾਰ ਪਥ ਵਿੱਚ ਵੀ ਤੇਜ਼ੀ ਨਾਲ ਬਦਲ ਰਹੀ ਹੈ। ਇਸ ਲਈ ਉਸ ਨੂੰ ਜ਼ਿਆਦਾ ਬਲ ਚਾਹੀਦਾ ਹੈ। ਇਸ ਦਾ ਭਾਵ ਹੈ ਕਿ ਕੇਂਦਰ ਮੁਖੀ ਬਲ ਦਾ ਪਰਿਮਾਣ ਵਸਤੂ ਦੀ ਚਾਲ, ਪੁੰਜ ਅਤੇ ਉਸ ਚੱਕਰ ਦੇ
ਅਰਧ ਵਿਆਸ ਜਿਸ ਦੁਆਲੇ ਉਹ ਘੁੰਮ ਰਹੀ ਹੈ ਉੱਤੇ ਨਿਰਭਰ ਕਰਦੀ ਹੈ। ਇਸ ਲਈ ਬੱਚਿਓ ਅਸੀਂ ਕਹਿ ਸਕਦੇ ਹਾਂ ਕਿ F ਬਰਾਬਰ mv ਦੀ ਪਾਵਰ 2 ਬਟਾ r ਨਾਲ ਅਸੀਂ ਕੇਂਦਰ ਮੁਖੀ ਬਲ ਦਾ ਪਰਿਮਾਪ ਕਰਦੇ ਹਾਂ, ਜਿੱਥੇ m ਪੁੰਜ, v ਵੇਗ ਅਤੇ r ਚੱਕਰ ਦਾ ਅਰਧ ਵਿਆਸ ਹੈ। ਆਓ ਬੱਚਿਓ ਹੁਣ ਅਸੀਂ ਇਸ ਦੀ ਇੱਕ ਉਦਾਹਰਣ ਦੇਖੀਏ। ਧਰਤੀ ਦੁਆਲੇ ਚੰਨ ਦੀ ਗਤੀ ਕੇਂਦਰ ਮੁਖੀ ਬਲ ਦੇ ਕਾਰਨ ਹੈ। ਪਰ ਬੱਚਿਓ ਇਹ ਕੇਂਦਰ ਮੁਖੀ ਬਲ ਕਿੱਥੋਂ ਆਇਆ? ਕੇਂਦਰ ਮੁਖੀ ਬਲ ਧਰਤੀ ਦੇ ਆਕਰਸ਼ਣ ਬਲ ਦੇ ਕਾਰਨ ਮਿਲਦਾ ਹੈ। ਜੇਕਰ ਅਜਿਹਾ ਬਲ ਨਾ ਹੋਵੇ ਤਾਂ ਚੰਨ ਚੱਕਰਾਕਾਰ ਪਥ ਤੇ ਨਾ ਚੱਲ ਕੇ ਇੱਕ ਸਮਾਨ ਗਤੀ ਨਾਲ ਸਰਲ ਰੇਖੀ ਪਥ ਉੱਤੇ ਚੱਲਦਾ ਰਹੇਗਾ। ਗੁਰੂਤਾ ਆਕਰਸ਼ਣ ਬਲ ਉਹ ਬਲ ਹੈ ਜਿਹੜਾ ਅਜਿਹੀਆਂ ਦੋ ਵਸਤੂਆਂ ਵਿਚਕਾਰ ਲੱਗਦਾ ਹੈ ਜਿਨ੍ਹਾਂ ਦਾ ਕੁਝ ਨਾ ਕੁਝ ਪੁੰਜ ਹੈ ਅਤੇ ਉਹ ਵਸਤੂਆਂ ਕਿਸੇ ਨਿਸ਼ਚਿਤ ਦੂਰੀ ਉੱਤੇ ਪਈਆਂ ਹਨ। ਬੱਚਿਓ ਅਸੀਂ ਪਹਿਲਾਂ ਵੀ ਸੇਬ ਦੀ ਉਦਾਹਰਣ ਲਈ ਹੈ। ਕੀ ਸੇਬ ਧਰਤੀ ਵੱਲ ਗਤੀ ਕਰਦਾ ਹੈ ਜਾਂ ਧਰਤੀ ਸੇਬ ਵੱਲ ਗਤੀ ਕਰਦੀ ਹੈ ਜਾਂ ਦੋਨੋਂ ਇੱਕ ਦੂਸਰੇ ਵੱਲ ਗਤੀ ਕਰਦੇ ਹਨ? ਇਹ ਇੱਕ ਸਪਸ਼ਟ ਗੱਲ ਹੈ ਕਿ ਦੋਨੋਂ ਸੇਬ ਅਤੇ ਧਰਤੀ ਇੱਕ ਦੂਸਰੇ ਉੱਪਰ ਆਪਣੇ ਵਿਰੋਧੀ ਨੂੰ ਖਿੱਚਣ ਲਈ ਇੱਕੋ ਜਿੰਨਾ ਆਕਰਸ਼ਣ ਬਲ ਲਾਉਂਦੇ ਹਨ। ਹੁਣ ਬੱਚਿਓ ਅਗਰ ਦੋਨਾਂ ਉੱਪਰ ਇੱਕੋ ਜਿੰਨਾ ਬਲ ਲੱਗ ਰਿਹਾ ਹੈ ਤਾਂ ਦੋਨਾਂ ਵਿੱਚੋਂ ਕੌਣ ਜ਼ਿਆਦਾ ਪ੍ਰਵੇਗਿਤ ਹੋਵੇਗਾ? ਨਿਊਟਨ ਦੇ ਗਤੀ ਦੇ ਦੂਸਰੇ ਨਿਯਮ ਅਨੁਸਾਰ ਲਗਾਇਆ ਗਿਆ ਬਲ ਵਸਤੂ ਦੇ ਪੁੰਜ ਅਤੇ ਪ੍ਰਵੇਗ ਦੇ ਗੁਣਨ ਦੇ ਬਰਾਬਰ ਹੁੰਦਾ ਹੈ, ਜਿਸ ਨੂੰ ਅਸੀਂ F ਬਰਾਬਰ ma ਰਾਹੀਂ ਕੱਢਦੇ ਹਾਂ। ਇਸ ਫਾਰਮੂਲੇ ਤੋਂ ਬੱਚਿਓ ਅਸੀਂ A ਕੱਢਣ ਲਈ A ਬਰਾਬਰ F ਬਟਾ m ਦੀ ਵਰਤੋਂ ਕਰਦੇ ਹਾਂ। ਸੋ ਕਿਸੇ ਦਿੱਤੇ ਹੋਏ ਬਲ ਲਈ ਪ੍ਰਵੇਗ ਪੁੰਜ ਦੇ ਉਲਟ ਅਨੁਪਾਤੀ ਹੁੰਦਾ ਹੈ। ਭਾਵ ਅਗਰ ਕਿਸੇ ਵਸਤੂ ਦਾ ਪੁੰਜ ਜ਼ਿਆਦਾ ਹੋਵੇਗਾ ਤਾਂ ਉਸਦਾ ਪ੍ਰਵੇਗ ਓਨਾ ਹੀ ਘੱਟ ਹੋਵੇਗਾ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਧਰਤੀ ਦਾ ਪੁੰਜ ਸੇਬ ਦੇ ਪੁੰਜ ਤੋਂ ਬਹੁਤ ਬਹੁਤ ਜ਼ਿਆਦਾ ਹੈ। ਸੇਬ ਦਾ ਪੁੰਜ ਧਰਤੀ ਨਾਲੋਂ ਘੱਟ ਹੋਣ ਕਰਕੇ ਸੇਬ ਧਰਤੀ ਵੱਲ ਪ੍ਰਵੇਗ ਕਰਦਾ ਹੈ। ਇਸ ਸਭ ਨੂੰ ਪੜ੍ਹਨ ਲਈ ਅਸੀਂ ਗੁਰੂਤਾ ਆਕਰਸ਼ਣ ਦੇ ਸਰਵ ਵਿਆਪੀ ਨਿਯਮ ਬਾਰੇ ਜਾਣਾਂਗੇ। ਮੰਨ ਲਓ ਅਲੱਗ-ਅਲੱਗ ਪੁੰਜ ਵਾਲੀਆਂ ਦੋ ਵਸਤੂਆਂ A ਅਤੇ B ਇੱਕ ਦੂਸਰੇ ਤੋਂ d ਦੂਰੀ ਤੇ ਹਨ। ਵਸਤੂਆਂ ਵਿਚਲੀ ਦੂਰੀ ਬੱਚਿਓ ਦੋਵਾਂ A ਅਤੇ B ਵਸਤੂਆਂ ਵਿਚਲੀ ਦੂਰੀ ਇਹ ਉਹਨਾਂ ਦੇ ਕੇਂਦਰਾਂ ਤੋਂ ਮਾਪੀ ਜਾਂਦੀ ਹੈ। ਇਸ ਲਈ ਅਸੀਂ ਕਹਿੰਦੇ ਹਾਂ ਕਿ ਜਿਹੜੀਆਂ ਅਸੀਂ ਦੋ ਵਸਤੂਆਂ ਲਈਆਂ ਹਨ ਇਹ ਦੂਰੀ ਵਸਤੂਆਂ ਵਿਚਲੀ ਨਹੀਂ ਬਲਕਿ ਉਹਨਾਂ ਦੇ ਕੇਂਦਰਾਂ ਵਿਚਲੀ ਦੂਰੀ ਹੁੰਦੀ ਹੈ। ਵਸਤੂ A ਦਾ ਪੁੰਜ ਵੱਡਾ M ਅਤੇ B ਦਾ ਪੁੰਜ ਛੋਟਾ m ਹੈ। ਵਸਤੂ A ਦਾ ਆਕਾਰ ਵਸਤੂ B ਤੋਂ ਬਹੁਤ ਵੱਡਾ ਹੈ। ਗੁਰੂਤਾ ਆਕਰਸ਼ਣ ਦੇ ਸਰਵ ਵਿਆਪੀ ਨਿਯਮ ਅਨੁਸਾਰ ਬ੍ਰਹਿਮੰਡ ਦੀ ਹਰੇਕ ਵਸਤੂ ਹਰ ਦੂਸਰੀ ਵਸਤੂ ਨੂੰ ਇੱਕ ਬਲ ਨਾਲ ਆਕਰਸ਼ਿਤ ਕਰਦੀ ਹੈ ਜਿਹੜਾ ਉਹਨਾਂ ਦੇ ਪੁੰਜਾਂ ਦੇ ਗੁਣਨਫਲ ਦੇ ਸਿੱਧਾ ਅਨੁਪਾਤੀ ਅਤੇ ਉਹਨਾਂ ਦੇ ਕੇਂਦਰਾਂ ਵਿਚਕਾਰ ਦੂਰੀ ਦੇ ਵਰਗ ਦੇ ਉਲਟ ਅਨੁਪਾਤੀ ਹੁੰਦਾ ਹੈ। ਇਹ ਬਲ
ਸਦਾ ਹੀ ਉਹਨਾਂ ਦੋਵੇਂ ਵਸਤੂਆਂ ਦੇ ਕੇਂਦਰਾਂ ਨੂੰ ਮਿਲਾਉਣ ਵਾਲੀ ਰੇਖਾ ਦੀ ਦਿਸ਼ਾ ਵਿੱਚ ਲੱਗਦਾ ਹੈ। ਇਸ ਤੋਂ ਸਾਨੂੰ ਬੱਚਿਓ ਇਹ ਫਾਰਮੂਲਾ ਪ੍ਰਾਪਤ ਹੁੰਦਾ ਹੈ F ਸਿੱਧਾ ਅਨੁਪਾਤ ਵੱਡਾ M ਗੁਣਾ ਛੋਟਾ m ਬਟਾ d ਦੀ ਪਾਵਰ 2। ਇਸ ਲਈ ਅਗਰ ਵਸਤੂਆਂ ਦੇ ਪੁੰਜਾਂ ਦਾ ਗੁਣਨਫਲ ਵੱਧਦਾ ਜਾਵੇਗਾ ਤਾਂ ਬਲ ਵੀ ਵੱਧਦਾ ਜਾਵੇਗਾ, ਪਰ ਅਗਰ ਵਸਤੂਆਂ ਵਿਚਲੀ ਦੂਰੀ ਵੱਧਦੀ ਹੈ ਤਾਂ ਬਲ ਘਟਦਾ ਹੈ। ਸੋ ਬੱਚਿਓ, ਹੁਣ ਅਸੀਂ ਅਨੁਪਾਤ ਦੇ ਨਿਸ਼ਾਨ ਨੂੰ ਹਟਾਉਣ ਲਈ ਇੱਕ ਸਥਿਰ ਅੰਕ G ਦੀ ਵਰਤੋਂ ਕਰਦੇ ਹਾਂ। G ਅਨੁਪਾਤਿਕ ਸਥਿਰ ਅੰਕ ਹੈ ਅਤੇ ਸਰਵਵਿਆਪੀ ਗੁਰੁਤਵੀ ਸਥਿਰ ਅੰਕ ਅਖਵਾਉਂਦਾ ਹੈ। ਸਮੀਕਰਨ ਨੂੰ ਤਿਰਛੀ ਗੁਣਾ ਕਰਕੇ ਅਸੀਂ ਪ੍ਰਾਪਤ ਕਰਦੇ ਹਾਂ ਕਿ G ਬਰਾਬਰ F D ਦੀ ਪਾਵਰ 2 ਬਟਾ M ਗੁਣਾ M। ਹੈਨਰੀ ਕੈਵਿੰਡਿਸ਼ ਨੇ ਇੱਕ ਸੰਵੇਦਨਸ਼ੀਲ ਤੁਲਾ ਦੀ ਵਰਤੋਂ ਕਰਕੇ ਗੁਰੁਤਾ ਆਕਰਸ਼ਣ ਸਥਿਰ ਅੰਕ G ਦਾ ਮਾਨ ਗਿਆਤ ਕੀਤਾ। G ਦਾ ਮੰਨਣਯੋਗ ਮਾਨ 6.673 ਗੁਣਾ 10 ਦੀ ਪਾਵਰ -11 ਹੈ ਅਤੇ ਇਸ ਦਾ ਬਲ ਦੂਰੀ ਅਤੇ ਪੁੰਜ ਦੀਆਂ ਇਕਾਈਆਂ ਵਰਤ ਕੇ ਅਸੀਂ G ਦੀ SI ਇਕਾਈ ਨਿਊਟਨ ਮੀਟਰ ਪਾਵਰ 2 ਕਿਲੋਗ੍ਰਾਮ ਪਾਵਰ -2 ਪ੍ਰਾਪਤ ਕਰ ਸਕਦੇ ਹਾਂ। ਬੱਚਿਓ, ਅਸੀਂ ਜਾਣਦੇ ਹਾਂ ਕਿ ਜਦੋਂ ਵੀ ਕਿਸੇ ਵਸਤੂ ਨੂੰ ਕਿਸੇ ਉਚਾਈ ਤੋਂ ਥੱਲੇ ਵੱਲ ਡੇਗਦੇ ਹਾਂ ਤਾਂ ਧਰਤੀ ਵਸਤੂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਇਹ ਆਕਰਸ਼ਣ ਬਲ ਗੁਰੁਤਾਕਰਸ਼ਣ ਬਲ ਹੈ ਜੋ ਧਰਤੀ ਵਸਤੂ ਉੱਪਰ ਲਾਉਂਦੀ ਹੈ। ਮੰਨ ਲਓ ਤੁਸੀਂ ਇੱਕੋ ਜਿੰਨੇ ਆਕਾਰ ਦੇ ਇੱਕ ਪੱਥਰ ਅਤੇ ਇੱਕ ਰੂੰ ਦੀ ਗੇਂਦ ਨੂੰ ਕਿਸੇ ਨਿਸ਼ਚਿਤ ਉਚਾਈ ਤੋਂ ਥੱਲੇ ਸੁੱਟਦੇ ਹੋ ਤਾਂ ਦੋਨਾਂ ਵਿੱਚੋਂ ਧਰਤੀ ਤੇ ਸਭ ਤੋਂ ਪਹਿਲਾਂ ਕਿਹੜੀ ਵਸਤੂ ਪਹੁੰਚੇਗੀ? ਅਸੀਂ ਵੇਖਦੇ ਹਾਂ ਕਿ ਪੱਥਰ ਧਰਤੀ ਦੀ ਸਤ੍ਹਾ ਤੇ ਰੂੰ ਦੀ ਗੇਂਦ ਨਾਲੋਂ ਪਹਿਲਾਂ ਡਿੱਗ ਪੈਂਦਾ ਹੈ। ਇਸ ਲਈ ਬੱਚਿਓ, ਇੱਥੋਂ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਭਾਰੀਆਂ ਵਸਤੂਆਂ ਜਲਦੀ ਡਿੱਗ ਪੈਂਦੀਆਂ ਹਨ ਅਤੇ ਹਲਕੀਆਂ ਵਸਤੂਆਂ ਲੇਟ ਜਾਂ ਬਾਅਦ ਵਿੱਚ। ਇਸ ਦਾ ਮਤਲਬ ਭਾਰੀਆਂ ਵਸਤੂਆਂ ਜ਼ਿਆਦਾ ਪ੍ਰਵੇਗ ਨਾਲ ਗਤੀ ਕਰਦੀਆਂ ਹਨ, ਪਰ ਗੈਲੀਲੀਓ ਨੇ ਕਿਹਾ ਕਿ ਸਾਰੀਆਂ ਵਸਤੂਆਂ ਹਲਕੀ ਭਾਵੇਂ ਭਾਰੀ ਬਰਾਬਰ ਚਾਲ ਨਾਲ ਧਰਤੀ ਤੇ ਪਹੁੰਚਦੀਆਂ ਹਨ। ਤਾਂ ਬੱਚਿਓ, ਫਿਰ ਰੂੰ ਅਤੇ ਪੱਥਰ ਧਰਤੀ ਤੇ ਅਲੱਗ-ਅਲੱਗ ਟਾਈਮ ਬਾਅਦ ਕਿਉਂ ਪਹੁੰਚੇ? ਇਸ ਨੂੰ ਸਮਝਾਉਣ ਲਈ ਗੈਲੀਲੀਓ ਨੇ ਦੱਸਿਆ ਕਿ ਹਲਕੀਆਂ ਵਸਤੂਆਂ ਹਵਾ ਦੀ ਰੋਧਕਤਾ ਕਾਰਨ ਘੱਟ ਗਤੀ ਨਾਲ ਚੱਲਦੀਆਂ ਹਨ। ਕੁਝ ਸਮੇਂ ਬਾਅਦ ਰੋਬਰਟ ਬੋਇਲ ਨਾਂ ਦੇ ਸਾਇੰਟਿਸਟ ਨੇ ਇਸ ਨੂੰ ਐਕਸਪੈਰੀਮੈਂਟਲੀ ਵੀ ਸਮਝਾਇਆ। ਰੋਬਰਟ ਬੋਇਲ ਨੇ ਇੱਕ ਬੋਤਲ ਵਿੱਚ ਇੱਕ ਸਿੱਕਾ ਅਤੇ ਇੱਕ ਖੰਭ ਪਾ ਕੇ ਉਸ ਨੂੰ ਉੱਪਰੋਂ ਵੈਕਿਊਮ ਪੰਪ ਦੀ ਸਹਾਇਤਾ ਨਾਲ ਬੋਤਲ ਵਿੱਚ ਖਲਾਅ ਬਣਾਇਆ। ਰੋਬਰਟ ਬੋਇਲ ਨੇ ਵੇਖਿਆ ਕਿ ਅਗਰ ਬੋਤਲ ਨੂੰ ਉਲਟਾ ਕਰ ਦਈਏ ਤਾਂ ਸਿੱਕਾ ਅਤੇ ਖੰਭ ਇੱਕੋ ਚਾਲ ਨਾਲ ਇੱਕੋ ਸਮੇਂ ਤੇ ਬੋਤਲ ਦੀ ਸਤ੍ਹਾ ਤੇ ਬੈਠਦੇ ਹਨ। ਇਸ ਤੋਂ ਉਸਨੇ ਸਿੱਟਾ ਕੱਢਿਆ ਕਿ ਜਦੋਂ ਵੀ ਵਸਤੂਆਂ ਕਿਸੇ ਉਚਾਈ ਤੋਂ ਸੁਤੰਤਰ ਰੂਪ ਵਿੱਚ
ਧਰਤੀ ਵੱਲ ਨੂੰ ਡਿੱਗਦੀਆਂ ਹਨ ਤਾਂ ਉਹ ਇੱਕੋ ਹੀ ਚਾਲ ਤੇ ਇੱਕੋ ਹੀ ਸਮੇਂ ਤੇ ਧਰਤੀ ਤੇ ਡਿੱਗਦੀਆਂ ਹਨ। ਇਹ ਉਹਨਾਂ ਦੇ ਪੁੰਜ ਤੇ ਨਿਰਭਰ ਨਹੀਂ ਕਰਦਾ। ਬੱਚਿਓ, ਜਦੋਂ ਵੀ ਕੋਈ ਵਸਤੂ ਸੁਤੰਤਰ ਰੂਪ ਵਿੱਚ ਡਿੱਗ ਰਹੀ ਹੈ ਤਾਂ ਡਿੱਗਦੀ ਹੋਈ ਵਸਤੂ ਦੀ ਦਿਸ਼ਾ ਵਿੱਚ ਕੋਈ ਪਰਿਵਰਤਨ ਨਹੀਂ ਹੁੰਦਾ, ਪਰੰਤੂ ਧਰਤੀ ਦੇ ਆਕਰਸ਼ਣ ਕਾਰਨ ਵੇਗ ਦੇ ਮਾਨ ਵਿੱਚ ਪਰਿਵਰਤਨ ਹੁੰਦਾ ਹੈ। ਵੇਗ ਵਿੱਚ ਪਰਿਵਰਤਨ ਪ੍ਰਵੇਗ ਪੈਦਾ ਕਰਦਾ ਹੈ। ਇਹ ਪ੍ਰਵੇਗ ਧਰਤੀ ਦੇ ਆਕਰਸ਼ਣ ਬਲ ਦੇ ਕਾਰਨ ਹੁੰਦਾ ਹੈ। ਇਸ ਨੂੰ ਧਰਤੀ ਦੇ ਗੁਰੂਤਾ ਆਕਰਸ਼ਣ ਬਲ ਦੇ ਕਾਰਨ ਪ੍ਰਵੇਗ ਜਾਂ ਗੁਰੂਤਾ ਪ੍ਰਵੇਗ ਕਹਿੰਦੇ ਹਨ। ਇਸ ਨੂੰ G ਨਾਲ ਦਰਸਾਇਆ ਜਾਂਦਾ ਹੈ। ਬੱਚਿਓ, G ਦਾ ਮਾਨ ਧਰੁਵਾਂ ਅਤੇ ਭੂ-ਮੱਧ ਰੇਖਾ ਤੇ ਵੱਖ-ਵੱਖ ਹੁੰਦਾ ਹੈ। ਇਸ ਦਾ ਮਾਨ ਧਰਤੀ ਦੀ ਸਤ੍ਹਾ ਤੋਂ ਉਚਾਈ ਅਤੇ ਡੂੰਘਾਈ ਉੱਤੇ ਵੀ ਵੱਖ-ਵੱਖ ਹੁੰਦਾ ਹੈ। ਬੱਚਿਓ, ਤੁਹਾਨੂੰ ਪਤਾ ਹੈ G ਦਾ ਮਾਨ ਚੰਨ ਅਤੇ ਧਰਤੀ ਉੱਤੇ ਵੀ ਵੱਖ-ਵੱਖ ਹੋਵੇਗਾ। ਧਰਤੀ ਉੱਤੇ G ਦਾ ਮਾਨ ਚੰਨ ਨਾਲੋਂ 6 ਗੁਣਾ ਵੱਧ ਹੈ। ਗੁਰੂਤਾ ਪ੍ਰਵੇਗ ਦੀ ਇਕਾਈ ਵੀ ਉਹੀ ਹੈ ਜੋ ਸਾਧਾਰਨ ਪ੍ਰਵੇਗ ਦੀ ਹੁੰਦੀ ਹੈ, ਅਰਥਾਤ ms(-2). ਆਓ ਬੱਚਿਓ, ਹੁਣ ਅਸੀਂ G ਦੇ ਮਾਨ ਦੀ ਗਣਨਾ ਬਾਰੇ ਸਿੱਖੀਏ। ਸੋ ਬੱਚਿਓ, ਅਸੀਂ ਦੇਖਿਆ ਕਿ ਧਰਤੀ ਉੱਤੇ G ਦਾ ਮਾਨ 9.8 ਮੀਟਰ ਸੈਕਿੰਡ ਦੀ ਪਾਵਰ -2 ਹੈ। ਜਿਸ ਤਰ੍ਹਾਂ ਧਰਤੀ ਦਾ ਅਰਧ ਵਿਆਸ ਧਰੁਵਾਂ ਤੋਂ ਭੂ-ਮੱਧ ਰੇਖਾ ਵੱਲ ਜਾਣ ਤੇ ਵੱਧਦਾ ਹੈ, ਉਸੇ ਤਰ੍ਹਾਂ G ਦਾ ਮਾਨ ਧਰੁਵਾਂ ਅਤੇ ਭੂ-ਮੱਧ ਰੇਖਾ ਦੀ ਤੁਲਨਾ ਵਿੱਚ ਵੱਧ ਹੈ। ਬੱਚਿਓ, ਅਸੀਂ ਸਭ ਸੋਚਦੇ ਹਾਂ ਕਿ ਪੁੰਜ ਅਤੇ ਭਾਰ ਦੋਨੋਂ ਬਰਾਬਰ ਇਕਾਈਆਂ ਹਨ। ਕੀ ਇਹ ਸੱਚ ਹੈ? ਨਹੀਂ, ਬਿਲਕੁਲ ਵੀ ਨਹੀਂ। ਆਓ ਇੱਕ ਬਹੁਤ ਹੀ ਆਸਾਨ ਤਰੀਕੇ ਨਾਲ ਇਹਨਾਂ ਵਿਚਲੇ ਅੰਤਰ ਨੂੰ ਸਮਝੀਏ। ਵਸਤੂ ਵਿੱਚ ਪਾਏ ਜਾਣ ਵਾਲੇ ਪਦਾਰਥ ਦੀ ਮਾਤਰਾ ਵਸਤੂ ਦਾ ਪੁੰਜ ਅਖਵਾਉਂਦੀ ਹੈ। ਹੁਣ ਆਪਾਂ ਦੋ ਸਥਿਤੀਆਂ ਬਾਰੇ ਚਰਚਾ ਕਰਦੇ ਹਾਂ। ਇੱਕ ਸਥਿਤੀ ਵਿੱਚ ਇੱਕ ਵਸਤੂ ਧਰਤੀ ਉੱਪਰ ਪਈ ਹੈ ਅਤੇ ਦੂਸਰੀ ਸਥਿਤੀ ਵਿੱਚ ਉਹੀ ਵਸਤੂ ਚੰਨ ਦੀ ਸਤ੍ਹਾ ਉੱਪਰ ਪਈ ਹੈ। ਕੀ ਦੋਨਾਂ ਸਥਿਤੀਆਂ ਵਿੱਚ ਵਸਤੂ ਦਾ ਪੁੰਜ ਵੱਖ-ਵੱਖ ਹੋਵੇਗਾ? ਇਸ ਦਾ ਜਵਾਬ ਜਾਣਨ ਲਈ ਮੈਂ ਤੁਹਾਨੂੰ ਇੱਕ ਹੋਰ ਪ੍ਰਸ਼ਨ ਪੁੱਛਦੀ ਹਾਂ। ਕੀ ਦੋਨਾਂ ਸਥਿਤੀਆਂ ਵਿੱਚ ਵਸਤੂ ਵਿੱਚ ਪਾਏ ਜਾਣ ਵਾਲੇ ਪਦਾਰਥ ਦੀ ਮਾਤਰਾ ਬਰਾਬਰ ਹੈ? ਜੀ ਹਾਂ, ਪਦਾਰਥ ਦੀ ਮਾਤਰਾ ਵਸਤੂਆਂ ਵਿੱਚ ਬਿਲਕੁਲ ਵੀ ਨਹੀਂ ਬਦਲ ਰਹੀ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਦੋਨਾਂ ਸਥਿਤੀਆਂ ਵਿੱਚ ਵਸਤੂ ਦਾ ਪੁੰਜ ਬਰਾਬਰ ਹੈ। ਇਸ ਤੋਂ ਅਸੀਂ
ਇਹ ਸਿੱਟਾ ਕੱਢ ਸਕਦੇ ਹਾਂ ਕਿ ਕਿਸੇ ਵਸਤੂ ਦਾ ਪੁੰਜ ਓਨਾ ਹੀ ਰਹਿੰਦਾ ਹੈ, ਚਾਹੇ ਉਹ ਧਰਤੀ ਤੇ ਹੋਵੇ, ਚਾਹੇ ਚੰਨ ਤੇ ਜਾਂ ਫਿਰ ਬਾਹਰੀ ਪੁਲਾੜ ਵਿੱਚ। ਇਸ ਲਈ ਵਸਤੂ ਦਾ ਪੁੰਜ ਸਥਿਰ ਰਹਿੰਦਾ ਹੈ। ਇੱਕ ਸਥਾਨ ਤੋਂ ਦੂਸਰੇ ਸਥਾਨ ਤੇ ਪੁੰਜ ਨਹੀਂ ਬਦਲਦਾ। ਪੁੰਜ ਦੀ SI ਮਾਤਰਕ ਕਿਲੋਗ੍ਰਾਮ ਹੈ। ਬੱਚਿਓ, ਅਸੀਂ ਇਹ ਵੀ ਪੜ੍ਹ ਚੁੱਕੇ ਹਾਂ ਕਿ ਵਸਤੂ ਦਾ ਪੁੰਜ ਉਸ ਦੀ ਜੜਤਾ ਦਾ ਮਾਪ ਹੁੰਦਾ ਹੈ। ਜੇਕਰ ਵਸਤੂ ਦਾ ਪੁੰਜ ਵੱਧ ਹੋਵੇ ਤਾਂ ਉਸ ਦੀ ਜੜਤਾ ਵੀ ਵੱਧ ਹੋਵੇਗੀ। ਪੁੰਜ ਵਸਤੂ ਵਿੱਚ ਪਾਏ ਜਾਣ ਵਾਲੇ ਪਦਾਰਥ ਦੀ ਮਾਤਰਾ ਬਾਰੇ ਦੱਸਦਾ ਹੈ, ਪਰ ਭਾਰ ਉਹ ਬਲ ਹੈ ਜਿਸ ਨਾਲ ਵਸਤੂ ਧਰਤੀ ਵੱਲ ਆਕਰਸ਼ਿਤ ਹੁੰਦੀ ਹੈ। ਭਾਵ ਵਸਤੂ ਤੇ ਧਰਤੀ ਦਾ ਆਕਰਸ਼ਣ ਬਲ ਵਸਤੂ ਦਾ ਭਾਰ ਹੈ। ਇਸ ਦਾ ਮਤਲਬ ਅਸੀਂ ਭਾਰ ਨੂੰ mg ਦੇ ਗੁਣਨਫਲ ਨਾਲ ਦਰਸਾ ਸਕਦੇ ਹਾਂ। ਸੋ ਬੱਚਿਓ, ਇੱਥੇ ਅਸੀਂ ਦੇਖ ਰਹੇ ਹਾਂ ਕਿ ਵਸਤੂ ਦਾ ਭਾਰ ਪੁੰਜ m ਅਤੇ ਗੁਰੂਤਾ ਪ੍ਰਵੇਗ g ਦੋਵਾਂ ਉੱਤੇ ਨਿਰਭਰ ਕਰਦਾ ਹੈ। ਬੱਚਿਓ, ਅਸੀਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਕਿ ਧਰਤੀ ਅਤੇ ਚੰਨ ਉੱਤੇ ਗੁਰੂਤਾ ਪ੍ਰਵੇਗ g ਦਾ ਮਾਨ ਅਲੱਗ-ਅਲੱਗ ਹੈ। ਅਸੀਂ ਜਾਣਦੇ ਹਾਂ ਕਿ ਧਰਤੀ ਉੱਤੇ g ਦਾ ਮਾਪ ਚੰਨ ਨਾਲੋਂ 6 ਗੁਣਾ ਵੱਧ ਹੈ। ਸੋ ਬੱਚਿਓ, ਧਰਤੀ ਅਤੇ ਚੰਨ ਉੱਤੇ g ਦਾ ਮਾਪ ਵੱਖ ਹੋਣ ਨਾਲ ਭਾਰ ਵੀ ਵੱਖ-ਵੱਖ ਹੋ ਜਾਂਦਾ ਹੈ। ਸੋ ਬੱਚਿਓ, ਅਸੀਂ ਇਹ ਸਭ ਤੋਂ ਇਹ ਨਤੀਜਾ ਕੱਢਿਆ ਕਿ ਕਿਸੇ ਵੀ ਵਸਤੂ ਦਾ ਪੁੰਜ ਹਰ ਜਗ੍ਹਾ ਤੇ ਬਰਾਬਰ ਰਹਿੰਦਾ ਹੈ, ਭਾਵੇਂ ਉਹ ਧਰਤੀ ਹੋਵੇ ਜਾਂ ਚੰਨ ਹੋਵੇ, ਪਰ ਵਸਤੂ ਦਾ ਭਾਰ ਜਗ੍ਹਾ ਦੇ ਨਾਲ ਬਦਲ ਜਾਂਦਾ ਹੈ। ਬੱਚਿਓ, ਤੁਸੀਂ ਸੂਚਨਾ ਬੋਰਡ ਤੇ ਕਦੇ ਕੋਈ ਇਸ਼ਤਿਹਾਰ ਲਗਾਇਆ ਹੈ? ਜਿਵੇਂ ਕਿ ਤੁਸੀਂ ਚਿੱਤਰ ਵਿੱਚ ਵੇਖ ਰਹੇ ਹੋ, ਇਸ਼ਤਿਹਾਰ ਲਗਾਉਣ ਲਈ ਅਸੀਂ ਡਰਾਇੰਗ ਪਿੰਨਾਂ ਨੂੰ ਆਪਣੇ ਅੰਗੂਠੇ ਨਾਲ ਦਬਾਉਂਦੇ ਹਾਂ। ਅਸੀਂ ਪਿੰਨ ਦੇ ਸਿਰੇ ਦੇ ਖੇਤਰਫਲ ਤੇ ਬਲ ਲਗਾਉਂਦੇ ਹਾਂ। ਇਹ ਬਲ ਬੋਰਡ ਦੀ ਸਤ੍ਹਾ ਦੇ ਖੇਤਰਫਲ ਦੇ ਲੰਬ ਰੂਪ ਵਿੱਚ ਨਿਰਦੇਸ਼ਿਤ ਹੁੰਦਾ ਹੈ। ਇਹ ਬਲ ਪਿੰਨ ਦੇ ਘੱਟ ਖੇਤਰਫਲ ਵਾਲੇ ਤਿੱਖੇ ਸਿਰੇ ਤੇ ਲੱਗਦਾ ਹੈ। ਆਓ ਇਸ ਦੀ ਅਸੀਂ ਇੱਕ ਹੋਰ ਉਦਾਹਰਣ ਦੇਖੀਏ। ਜਦੋਂ ਅਸੀਂ ਢਿੱਲੀ ਰੇਤ ਤੇ ਖੜੇ ਹੁੰਦੇ ਹਾਂ ਤਾਂ ਸਾਡੇ ਪੈਰ ਰੇਤ ਵਿੱਚ ਡੂੰਘੇ ਧਸ ਜਾਂਦੇ ਹਨ, ਪਰ ਜੇਕਰ ਅਸੀਂ ਰੇਤ ਉੱਤੇ ਲੇਟ ਜਾਈਏ ਤਾਂ ਅਸੀਂ ਦੇਖਦੇ ਹਾਂ ਕਿ ਸਾਡਾ ਸਰੀਰ ਰੇਤ ਵਿੱਚ ਡੂੰਘਾ ਨਹੀਂ ਧਸਦਾ। ਦੋਨੋਂ ਸਥਿਤੀਆਂ ਵਿੱਚ ਰੇਤ ਤੇ ਲੱਗਿਆ ਬਲ ਸਾਡੇ ਸਰੀਰ ਦਾ ਭਾਰ ਹੁੰਦਾ ਹੈ। ਸੋ ਬੱਚਿਓ, ਕਿਸੇ ਵਸਤੂ ਦੀ ਸਤ੍ਹਾ ਦੇ ਲੰਬ ਰੂਪ ਵਿੱਚ ਕਿਰਿਆ ਕਰ ਰਹੇ ਬਲ ਨੂੰ ਧਕੇਲ ਬਲ ਕਹਿੰਦੇ ਹਨ। ਧਕੇਲ ਬਲ ਦੇ SI ਮਾਤਰਕ ਕੀ ਹਨ? ਧਕੇਲ ਬਲ ਵੀ ਅਸਲ ਵਿੱਚ ਸਾਧਾਰਨ ਬਲ ਹੀ ਹੈ, ਜੋ ਇਸ ਲਈ ਇਸ ਦਾ ਮਾਤਰਕ ਵੀ ਸਾਧਾਰਨ ਬਲ ਦਾ ਮਾਤਰਕ ਭਾਵ ਨਿਊਟਨ ਹੀ ਹੋਵੇਗਾ। ਆਓ ਬੱਚਿਓ, ਹੁਣ ਅਸੀਂ ਦੇਖੀਏ ਕਿ ਦਬਾਅ ਕੀ ਹੈ। ਤੁਹਾਨੂੰ ਕੁਝ ਉਦਾਹਰਨਾਂ ਨਾਲ ਇਹ ਸਮਝਾਉਂਦੇ ਹਾਂ ਕਿ ਦਬਾਅ ਕੀ ਹੁੰਦਾ ਹੈ। ਇੱਕ ਪੈਨਸਿਲ ਲਓ ਅਤੇ ਉਸ ਨੂੰ ਆਪਣੇ ਅੰਗੂਠੇ ਅਤੇ ਪਹਿਲੀ ਉਂਗਲ ਵਿਚਕਾਰ ਰੱਖੋ। ਪੈਨਸਿਲ ਦਾ ਨੁਕੀਲਾ ਸਿਰਾ ਤੁਹਾਡੇ ਹੱਥ ਦੀ
ਪਹਿਲੀ ਉਂਗਲ ਵੱਲ ਹੈ ਅਤੇ ਦੂਸਰਾ ਸਿਰਾ ਅੰਗੂਠੇ ਵੱਲ। ਹੁਣ ਪੈਨਸਿਲ ਦੇ ਦੋਨਾਂ ਸਿਰਿਆਂ ਤੇ ਕੁਝ ਸਮੇਂ ਲਈ ਇੱਕੋ ਜਿੰਨਾ ਬਲ ਲਗਾਓ। ਪੈਨਸਿਲ ਨੂੰ ਛੱਡ ਦੇਣ ਤੋਂ ਬਾਅਦ ਆਪਣੀਆਂ ਉਂਗਲਾਂ ਨੂੰ ਵੇਖੋ। ਅਸੀਂ ਵੇਖਦੇ ਹਾਂ ਕਿ ਦੋਵਾਂ ਉਂਗਲਾਂ ਉੱਤੇ ਡੂੰਘਾ ਹੈ, ਪਰ ਤੁਹਾਡੀ ਪਹਿਲੀ ਉਂਗਲ ਵਿੱਚ ਅੰਗੂਠੇ ਦੀ ਬਜਾਏ ਬਹੁਤ ਜ਼ਿਆਦਾ ਡੂੰਘਾ ਦਿਖਾਈ ਦੇਵੇਗਾ। ਬੱਚਿਓ, ਇਹ ਕਿਉਂ ਹੋਇਆ? ਆਓ ਇਸ ਦੇ ਉੱਤਰ ਤੋਂ ਪਹਿਲਾਂ ਅਸੀਂ ਪਿਛਲੀ ਉਦਾਹਰਣ ਨੂੰ ਦੇਖੀਏ। ਜਦੋਂ ਅਸੀਂ ਢਿੱਲੇ ਰੇਤ ਤੇ ਖੜੇ ਹੋਏ ਸੀ ਤਾਂ ਬਲ ਜੋ ਤੁਹਾਡੇ ਸਰੀਰ ਦਾ ਭਾਰ ਹੈ, ਤੁਹਾਡੇ ਪੈਰਾਂ ਦੇ ਖੇਤਰਫਲ ਦੇ ਬਰਾਬਰ ਦੇ ਖੇਤਰਫਲ ਤੇ ਕਿਰਿਆ ਕਰਦਾ ਸੀ। ਜਦੋਂ ਅਸੀਂ ਲੇਟ ਗਏ ਤਾਂ ਉਹੀ ਬਲ ਸਾਡੇ ਪੂਰੇ ਸਰੀਰ ਦੇ ਸੰਪਰਕ ਖੇਤਰਫਲ ਦੇ ਬਰਾਬਰ ਦੇ ਖੇਤਰਫਲ ਤੇ ਕਿਰਿਆ ਕਰਦਾ ਸੀ, ਜਿਹੜਾ ਤੁਹਾਡੇ ਪੈਰਾਂ ਦਾ ਖੇਤਰਫਲ ਤੋਂ ਜ਼ਿਆਦਾ ਹੈ। ਇਸ ਤਰ੍ਹਾਂ ਵੱਖ-ਵੱਖ ਖੇਤਰਫਲ ਤੇ ਸਮਾਨ ਮੁੱਲ ਵਾਲੇ ਬਲ ਦਾ ਪ੍ਰਭਾਵ ਵੀ ਵੱਖੋ ਵੱਖਰਾ ਹੁੰਦਾ ਹੈ। ਬੱਚਿਓ, ਅਸੀਂ ਦੇਖ ਰਹੇ ਹਾਂ ਕਿ ਦੋਵਾਂ ਸਥਿਤੀਆਂ ਵਿੱਚ ਧਕੇਲ ਬਲ ਇੱਕ ਸਮਾਨ ਹੈ, ਪਰ ਉਸਦੇ ਪ੍ਰਭਾਵ ਅਲੱਗ-ਅਲੱਗ ਹਨ। ਇਸ ਲਈ ਧਕੇਲ ਬਲ ਦਾ ਪ੍ਰਭਾਵ ਉਸ ਖੇਤਰਫਲ ਤੇ ਨਿਰਭਰ ਕਰਦਾ ਹੈ ਜਿਸ ਤੇ ਉਹ ਕਿਰਿਆ ਕਰਦਾ ਹੈ। ਰੇਤ ਦੇ ਧਕੇਲ ਬਲ ਦਾ ਪ੍ਰਭਾਵ ਲੇਟੇ ਹੋਣ ਦੀ ਸਥਿਤੀ ਨਾਲੋਂ ਖੜੇ ਹੋਣ ਦੀ ਸਥਿਤੀ ਵਿੱਚ ਜ਼ਿਆਦਾ ਹੈ। ਇਕਾਈ ਖੇਤਰਫਲ ਤੇ ਲੱਗ ਰਹੇ ਧਕੇਲ ਬਲ ਨੂੰ ਦਬਾਅ ਕਿਹਾ ਜਾਂਦਾ ਹੈ। ਇਸ ਕਰਕੇ ਬੱਚਿਓ, ਅਸੀਂ ਦਬਾਅ ਦਾ ਮਾਪ ਇਸ ਫਾਰਮੂਲੇ ਨਾਲ ਕੱਢਦੇ ਹਾਂ। ਦਬਾਅ ਬਰਾਬਰ ਧਕੇਲ ਬਲ ਬਟਾ ਖੇਤਰਫਲ। ਦਬਾਅ ਜਿਸ ਵਸਤੂ ਤੇ ਧਕੇਲ ਬਲ ਲਗਾਇਆ ਜਾ ਰਿਹਾ ਹੈ ਦੇ ਖੇਤਰਫਲ ਦੇ ਉਲਟ ਅਨੁਪਾਤੀ ਹੈ। ਸੋ ਪਹਿਲੀ ਉਦਾਹਰਣ ਵਿੱਚ ਅਸੀਂ ਪੈਨਸਿਲ ਦੇ ਦੋਨਾਂ ਸਿਰਿਆਂ ਤੇ ਇੱਕੋ ਜਿੰਨਾ ਬਲ ਲਗਾਇਆ। ਨਿਊਟਨ ਦੇ ਤੀਜੇ ਨਿਯਮ ਅਨੁਸਾਰ ਪੈਨਸਿਲ ਨੇ ਵੀ ਬਰਾਬਰ ਅਤੇ ਉਲਟ ਦਿਸ਼ਾ ਵਿੱਚ ਉਨਾ ਹੀ ਬਲ ਲਗਾਇਆ। ਪਹਿਲੀ ਉਂਗਲ ਤੇ ਡੂੰਘਾ ਜ਼ਿਆਦਾ ਸੀ ਕਿਉਂਕਿ ਬਲ ਘੱਟ ਖੇਤਰਫਲ ਤੇ ਲੱਗ ਰਿਹਾ ਸੀ, ਅਰਥਾਤ ਖੇਤਰਫਲ ਘੱਟ ਹੋਣ ਕਰਕੇ ਦਬਾਅ ਜ਼ਿਆਦਾ ਸੀ। ਅਤੇ ਬੱਚਿਓ, ਦੂਸਰੀ ਉਦਾਹਰਣ ਵਿੱਚ ਪੈਰਾਂ ਦਾ ਖੇਤਰਫਲ ਤੁਹਾਡੇ ਪੂਰੇ ਸਰੀਰ ਦੇ ਖੇਤਰਫਲ ਨਾਲੋਂ ਘੱਟ ਹੈ, ਸੋ ਉੱਥੇ ਵੀ ਦਬਾਅ ਜ਼ਿਆਦਾ ਹੋਵੇਗਾ। ਆਓ ਹੁਣ ਅਸੀਂ ਦਬਾਅ ਦੇ SI ਮਾਤਰਕ ਬਾਰੇ ਜਾਣੀਏ। ਬੱਚਿਓ, ਦਬਾਅ ਦਾ SI ਮਾਤਰਕ ਪਾਸਕਲ ਹੈ, ਜਿਸ ਨੂੰ ਅਸੀਂ 1 ਪਾਸਕਲ ਬਰਾਬਰ 1 ਨਿਊਟਨ ਮੀਟਰ ਦੀ ਪਾਵਰ -2 ਨਾਲ ਦਰਸਾਉਂਦੇ ਹਾਂ। ਪਾਸਕਲ ਦਾ ਨਾਂ ਇੱਕ ਮਸ਼ਹੂਰ ਵਿਗਿਆਨੀ ਬਲੇਸ ਪਾਸਕਲ ਦੇ ਸਨਮਾਨ ਵਿੱਚ ਰੱਖਿਆ ਗਿਆ। ਬੱਚਿਓ, ਆਓ ਹੁਣ ਜਾਣੀਏ ਕਿ ਉਛਾਲ ਬਲ ਕੀ ਹੁੰਦਾ ਹੈ। ਤੁਸੀਂ ਆਪਣੀਆਂ ਪਿਛਲੀਆਂ ਕਲਾਸਾਂ ਵਿੱਚ ਵੀ ਪੜ੍ਹ ਕੇ ਆਏ ਹੋ ਕਿ ਜਿਹੜੇ ਵੀ ਦਰਵ ਹਨ ਉਹ ਦਬਾਅ ਪਾਉਂਦੇ ਹਨ। ਅਸੀਂ ਇਸ ਨੂੰ ਇੱਕ ਐਕਸਪੈਰੀਮੈਂਟ ਨਾਲ ਵੀ ਕਰਦੇ ਹਾਂ। ਜਿਵੇਂ ਅਸੀਂ ਕਿਸੇ ਬਰਤਨ ਵਿੱਚ ਕੋਈ ਦਰਵ ਪਾ ਲਿਆ, ਜਾਂ ਮੰਨ ਲਓ ਪਾਣੀ ਹੀ ਅਸੀਂ ਕਿਸੇ ਬਰਤਨ ਵਿੱਚ ਪਾ ਲਿਆ, ਤਾਂ ਅਸੀਂ ਦੇਖਦੇ ਹਾਂ ਕਿ ਪਾਣੀ ਉਸ ਬਰਤਨ ਦੇ ਆਧਾਰ ਤੇ, ਉਸ ਬਰਤਨ ਦੇ ਤਲੇ ਤੇ ਅਤੇ ਦੀਵਾਰਾਂ ਤੇ ਦਬਾਅ ਪਾਉਂਦਾ ਹੈ। ਪਰ ਬੱਚਿਓ, ਇਸ ਦੇ ਨਾਲ ਹੀ ਸਾਨੂੰ ਇੱਕ ਚੀਜ਼ ਹੋਰ ਵੀ ਪਤਾ ਹੈ ਜੋ ਅਸੀਂ ਇਸੇ ਲੈਸਨ ਵਿੱਚ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਹਰ ਇੱਕ ਵਸਤੂ ਤੇ, ਪ੍ਰਿਥਵੀ ਉੱਤੇ ਜੋ ਵੀ ਇੱਕ ਵਸਤੂ ਹੈ, ਜਦੋਂ ਉਸ ਨੂੰ ਬਿਨਾਂ ਕਿਸੇ ਬਲ ਤੋਂ ਫ੍ਰੀਲੀ ਛੱਡਿਆ ਜਾਂਦਾ ਹੈ ਤਾਂ ਉਹ ਇੱਕ ਯੂਨੀਵਰਸਲ ਫੋਰਸ ਦੇ ਅੰਡਰ ਕੰਮ ਕਰਦੀ ਹੈ। ਉਹ ਯੂਨੀਵਰਸਲ ਫੋਰਸ ਕਿਹੜਾ ਹੈ? ਉਹ ਯੂਨੀਵਰਸਲ ਫੋਰਸ ਜਿਹੜਾ ਹੈ ਉਹ ਹੈ ਗ੍ਰੈਵਿਟੇਸ਼ਨਲ ਫੋਰਸ।
ਇਹ ਸਾਨੂੰ ਨਿਊਟਨ ਨੇ ਦੱਸਿਆ ਕਿ ਹਰ ਇੱਕ ਚੀਜ਼ ਦੂਸਰੀ ਚੀਜ਼ ਨੂੰ ਅਟਰੈਕਟ ਕਰਨ ਦੀ ਕੋਸ਼ਿਸ਼ ਕਰਦੀ ਹੈ ਵਿਦ ਦਾ ਲਾਅ ਆਫ ਗ੍ਰੈਵਿਟੇਸ਼ਨ। ਇਸ ਲਾਅ ਨੇ ਸਾਨੂੰ ਦੱਸਿਆ ਕਿ देयर इज ਗ੍ਰੈਵਿਟੇਸ਼ਨਲ ਫੋਰਸ ਐਂਡ देयर इज ਫੋਰਸ ਬਿਟਵੀਨ ਐਨੀ ਟੂ ਆਬਜੈਕਟਸ। ਸੋ ਇਹਨਾਂ ਦੇ ਨਾਲ ਹੀ ਹੋਰ ਕਿਹੜੇ ਫੋਰਸ ਐਕਟ ਕਰਦੇ ਨੇ ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਪਾਣੀ ਵਿੱਚ ਡੁਬੋਨੇ ਆ। ਆਪਾਂ ਉਹ ਦੇਖਦੇ ਹਾਂ ਕਿ ਕਿਹੜੇ ਫੋਰਸ ਨੇ ਜਿਹੜੇ ਹੋਰ ਉਹ ਐਕਟ ਕਰਦੇ ਨੇ। ਇਹਨੂੰ ਸਮਝਾਉਣ ਲਈ ਮੈਂ ਤੁਹਾਨੂੰ ਇੱਕ ਰੋਜ਼ਾਨਾ ਵਾਲੀ ਉਦਾਹਰਣ ਵੱਲ ਲੈ ਕੇ ਚੱਲਦੀ ਹਾਂ। ਬੱਚਿਓ, ਤੁਸੀਂ ਜ਼ਰੂਰ ਇਹ ਦੇਖਿਆ ਹੋਵੇਗਾ ਕਿ ਇੱਕ ਪਾਣੀ ਦੀ ਭਰੀ ਹੋਈ ਬਾਲਟੀ ਜਾਂ ਇੱਕ ਪਾਣੀ ਦਾ ਭਰਿਆ ਹੋਇਆ ਪਤੀਲਾ, ਉਸ ਵਿੱਚ ਤੁਸੀਂ ਕਿਸੇ ਮੱਗ ਨੂੰ ਜਾਂ ਕਿਸੇ ਗਲਾਸ ਨੂੰ ਡੁਬੋਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਹਲਕਾ ਜਿਹਾ ਬਲ ਮਹਿਸੂਸ ਕਰਦੇ ਹੋ। ਮਤਲਬ ਤੁਹਾਨੂੰ ਕੁਝ ਜ਼ੋਰ ਲਗਾਉਣਾ ਪੈਂਦਾ ਹੈ ਉਸ ਵਸਤੂ ਨੂੰ ਪਾਣੀ ਵਿੱਚ ਡੁਬੋਣ ਲਈ। ਔਰ ਜੇ ਤੁਸੀਂ ਉਸ ਨੂੰ ਜ਼ੋਰ ਲਗਾ ਕੇ ਪੂਰੀ ਤਰ੍ਹਾਂ ਡੁਬੋ ਵੀ ਦਿੰਦੇ ਹੋ ਤਾਂ ਉਸ ਵਸਤੂ ਨੂੰ ਛੱਡਣ ਤੇ ਉਹ ਦੁਬਾਰਾ ਪਾਣੀ ਦੀ ਸਤਹ ਤੇ ਆ ਜਾਂਦੀ ਹੈ। ਪਰ ਬੱਚਿਓ, ਹੁਣੇ ਅਸੀਂ ਸੁਣਿਆ ਕਿ ਹਰ ਵਸਤੂ ਉੱਤੇ ਇੱਕੋ ਹੀ ਫੋਰਸ, ਯੂਨੀਵਰਸਲ ਫੋਰਸ ਜੋ ਹੈ ਗੁਰੂਤਾ ਆਕਰਸ਼ਣ, ਉਹੀ ਲੱਗਦੀ ਹੈ। ਫਿਰ ਤਾਂ ਉਸ ਵਸਤੂ ਨੂੰ ਪਾਣੀ ਵਿੱਚ ਡੁੱਬੇ ਰਹਿਣ 'ਚ ਕੋਈ ਮੁਸ਼ਕਿਲ ਨਹੀਂ ਸੀ ਆਉਣੀ ਚਾਹੀਦੀ। ਪਰ ਛੱਡੇ ਜਾਣ ਤੇ, ਫ੍ਰੀਲੀ ਛੱਡੇ ਜਾਣ ਤੇ ਉਹ ਵਸਤੂ ਉਛਲ ਕੇ ਦੁਬਾਰਾ ਪਾਣੀ ਦੀ ਸਤਹ ਤੇ ਕਿਉਂ ਆ ਜਾਂਦੀ ਹੈ? ਇਸ ਦਾ ਮਤਲਬ ਕਿ ਗੁਰੂਤਾ ਆਕਰਸ਼ਣ ਬਲ ਦੀ ਦਿਸ਼ਾ, ਜੋ ਕਿ ਹਮੇਸ਼ਾ ਧਰਤੀ ਵੱਲ ਨੂੰ, ਹੇਠਾਂ ਵੱਲ ਨੂੰ ਹੁੰਦੀ ਹੈ, ਉਸ ਦੀ ਉਲਟ ਦਿਸ਼ਾ ਵਿੱਚ ਵੀ ਕੋਈ ਬਲ ਕੰਮ ਕਰ ਰਿਹਾ ਹੈ ਜੋ ਵਸਤੂ ਨੂੰ ਡੁੱਬਣ ਨਹੀਂ ਦੇ ਰਿਹਾ ਬਲਕਿ ਉਸ ਨੂੰ ਉੱਪਰ ਤੱਕ ਕੇ ਪਾਣੀ ਦੀ ਸਤਹ ਤੱਕ ਪਹੁੰਚਾ ਦਿੰਦਾ ਹੈ। ਆਓ ਹੁਣ ਇਸ ਨੂੰ ਅਸੀਂ ਇੱਥੇ ਇੱਕ ਐਕਸਪੈਰੀਮੈਂਟ ਨਾਲ ਦੇਖਦੇ ਹਾਂ। ਇਸ ਦੇ ਲਈ ਸਾਨੂੰ ਬੱਚਿਓ ਇੱਕ ਬੀਕਰ ਵਿੱਚ ਕੁਝ ਪਾਣੀ ਅਤੇ ਇੱਕ ਪਲਾਸਟਿਕ ਦਾ ਢੱਕਣ, ਇਸ ਦੀ ਜਗ੍ਹਾ ਤੁਸੀਂ ਕੋਈ ਗੇਂਦ ਵੀ ਲੈ ਸਕਦੇ ਹੋ ਜਾਂ ਪਲਾਸਟਿਕ ਦਾ ਕੋਈ ਹੋਰ ਟੁਕੜਾ ਵੀ ਇਸਤੇਮਾਲ ਕਰ ਸਕਦੇ ਹੋ। ਜਦੋਂ ਮੈਂ ਇਸ ਪਲਾਸਟਿਕ ਦੇ ਟੁਕੜੇ ਨੂੰ, ਢੱਕਣ ਨੂੰ ਪਾਣੀ ਵਿੱਚ ਪਾਵਾਂਗੀ ਤਾਂ ਦੇਖਦੇ ਹਾਂ ਕਿ ਕੀ ਹੁੰਦਾ ਹੈ। ਪਹਿਲਾਂ ਮੈਂ ਇਸ ਨੂੰ ਇਸ ਤਰ੍ਹਾਂ ਛੱਡਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਲਾਸਟਿਕ ਦਾ ਢੱਕਣ ਜੋ ਹੈ ਉਹ ਪਾਣੀ ਦੀ ਸਤਹ ਉੱਪਰ ਤੈਰ ਰਿਹਾ ਹੈ। ਮੈਂ ਇਸ ਨੂੰ ਡੁਬੋਣਾ ਚਾਹੁੰਦੀ ਹਾਂ। ਜਦੋਂ ਮੈਂ ਇਸ ਢੱਕਣ ਨੂੰ ਡੁਬੋਣ ਦੀ ਕੋਸ਼ਿਸ਼ ਕਰਦੀ ਹਾਂ ਤਾਂ ਮੈਂ ਇੱਥੇ ਕੁਝ ਬਲ ਮਹਿਸੂਸ ਕਰ ਰਹੀ ਹਾਂ ਜੋ ਮੈਨੂੰ ਰੋਕ ਰਿਹਾ ਹੈ ਕਿ ਇਹ ਢੱਕਣ ਡੁਬੋਇਆ ਨਾ ਜਾ ਸਕੇ। ਪਰ ਮੈਂ ਕੁਝ ਬਲ ਲਗਾ ਕੇ ਇਸ ਢੱਕਣ ਨੂੰ ਬੀਕਰ ਦੇ ਬਿਲਕੁਲ ਤਲੇ ਤੱਕ ਲੈ ਜਾਂਦੀ ਹਾਂ ਔਰ ਹੁਣ ਇਹ ਢੱਕਣ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕਿਆ ਹੈ। ਪਰ ਜੋ ਬਲ ਮੇਰੇ ਹੱਥ ਨਾਲ ਇਸ ਉੱਪਰ ਲੱਗ ਰਿਹਾ ਹੈ, ਜੇ ਮੈਂ ਉਸ ਨੂੰ ਖਤਮ ਕਰ ਦਵਾਂ ਤਾਂ ਦੇਖਦੇ ਹਾਂ ਕਿ ਕੀ ਹੁੰਦਾ ਹੈ। ਤਾਂ ਬੱਚਿਓ, ਤੁਸੀਂ ਕੀ ਦੇਖਿਆ? ਅਸੀਂ ਦੇਖਦੇ ਹਾਂ ਕਿ ਢੱਕਣ ਨੂੰ ਬਿਲਕੁਲ ਛੱਡ ਦੇਣ ਤੇ ਉਹ ਉਛਲ ਕੇ ਪਾਣੀ ਦੀ ਸਤਹ ਤੇ ਆ ਗਿਆ। ਇਸ ਦਾ ਮਤਲਬ ਕੀ ਹੋਇਆ ਕਿ ਪਾਣੀ ਨੇ ਵੀ ਢੱਕਣ ਉੱਤੇ ਕੁਝ ਉੱਪਰ ਵੱਲ ਬਲ ਲਾਇਆ, ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਪਾਣੀ ਨੇ ਢੱਕਣ ਨੂੰ ਉੱਪਰ ਵੱਲ ਧੱਕਾ ਮਾਰਿਆ। ਇਸ ਧੱਕਣ ਸ਼ਬਦ ਤੋਂ ਹੀ ਧਕੇਲ ਬਲ ਦੀ ਅਸੀਂ ਗੱਲ ਕਰਦੇ ਹਾਂ। ਧਕੇਲ ਬਲ ਨੂੰ ਅਸੀਂ ਕਿਸ ਦਿਸ਼ਾ ਵਿੱਚ ਲੱਗ ਰਿਹਾ ਹੈ? ਇਹ ਧਕੇਲ ਬਲ ਉੱਪਰ ਵੱਲ ਲੱਗ ਰਿਹਾ ਹੈ ਜੋ ਢੱਕਣ ਨੂੰ ਉੱਪਰ ਲੈ ਆਉਂਦਾ ਹੈ। ਇਸ ਉੱਪਰ ਵੱਲ ਲੱਗ ਰਹੇ ਧਕੇਲ ਬਲ ਨੂੰ ਬੱਚਿਓ ਉਛਾਲ ਬਲ ਕਿਹਾ ਜਾਂਦਾ ਹੈ। ਸੋ ਅਸੀਂ ਸਿੱਖਿਆ ਕਿ ਜਦੋਂ ਵੀ ਕਿਸੇ ਵਸਤੂ ਨੂੰ ਅਸੀਂ ਪਾਣੀ ਵਿੱਚ ਡੁਬੋਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਪਾਣੀ ਵਿੱਚ ਡੁੱਬਦੀ ਨਹੀਂ ਬਲਕਿ ਉਛਲ ਕੇ ਪਾਣੀ ਦੀ ਸਤਹ ਤੇ ਵਾਪਸ ਆ ਜਾਂਦੀ ਹੈ, ਕਿਉਂਕਿ ਗੁਰੂਤਾ ਆਕਰਸ਼ਣ ਦੇ ਬਲ ਤੋਂ ਜ਼ਿਆਦਾ ਉਸ ਉੱਪਰ ਦਰਵ ਦੁਆਰਾ ਉਛਾਲ ਬਲ ਲੱਗ ਰਿਹਾ ਹੁੰਦਾ ਹੈ ਜੋ ਉਸ ਨੂੰ ਹੇਠਾਂ ਵੱਲ ਜਾਣ ਨਹੀਂ ਦਿੰਦਾ। ਤੇ ਬੱਚਿਓ, ਇਸੇ ਉਛਾਲ ਬਲ ਦਾ ਯੂਜ਼ ਕਰਕੇ ਆਰਕਮੀਡੀਜ਼ ਨਾਂ ਦੇ ਸਾਇੰਟਿਸਟ ਨੇ ਸਾਨੂੰ ਆਰਕਮੀਡੀਜ਼ ਦਾ ਪ੍ਰਿੰਸੀਪਲ ਦਿੱਤਾ। ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਜਦੋਂ ਉਹਨੇ ਦੇਖਿਆ ਕਿ ਅਸੀਂ ਪਾਣੀ ਦੇ ਭਰੇ ਹੋਏ ਟੱਬ ਵਿੱਚ ਪੈਰ ਪਾਉਂਦੇ ਆ ਤਾਂ ਪਾਣੀ ਥੋੜਾ ਜਿਹਾ ਉਛਲ ਕੇ ਬਾਹਰ ਆ ਜਾਂਦਾ ਹੈ। ਇਸ ਚੀਜ਼ ਤੋਂ ਉਹਨੇ ਅੰਦਾਜ਼ਾ ਲਗਾਇਆ ਕਿ ਪਾਣੀ ਉਛਲ ਕੇ ਬਾਹਰ ਕਿਉਂ ਆਉਂਦਾ ਹੈ ਤੇ ਉਹਨੇ ਸਾਨੂੰ ਆਰਕਮੀਡੀਜ਼ ਦਾ ਪ੍ਰਿੰਸੀਪਲ, ਜਿਹਨੂੰ ਤੁਸੀਂ ਆਰਕਮੀਡੀਜ਼ ਦਾ ਸਿਧਾਂਤ ਕਹਿੰਦੇ ਹੋ, ਉਹਦੇ ਬਾਰੇ ਦੱਸਿਆ। ਸੋ ਕੀ ਹੈ ਇਹ ਆਰਕਮੀਡੀਜ਼ ਦਾ ਸਿਧਾਂਤ? ਆਰਕੀਮੀਡੀਜ਼ ਦਾ ਸਿਧਾਂਤ, ਜੋ ਕਿ ਉਛਾਲ ਬਲ ਉੱਤੇ ਹੀ ਬੇਸਡ ਹੈ, ਉਹ ਕਹਿੰਦਾ ਹੈ ਕਿ ਜਦੋਂ ਵੀ ਕਿਸੇ ਵਸਤੂ ਨੂੰ ਕਿਸੇ ਦਰਵ ਦੇ ਵਿੱਚ ਪੂਰੀ ਤਰ੍ਹਾਂ ਜਾਂ ਅੰਸ਼ਿਕ ਤੌਰ ਤੇ ਡਬੋਇਆ ਜਾਂਦਾ ਹੈ ਤਾਂ
ਉਸ ਵਸਤੂ ਦੁਆਰਾ द्रव द्वारा उस वस्तु उत्ते लग रहा उछाल बल किन्ना होवेगा? ਉਹ ਉਛਾਲ ਬਲ ਓਨਾ ਹੀ ਹੋਵੇਗਾ ਜਿੰਨਾ ਉਹ ਵਸਤੂ द्रव ਨੂੰ ਵਿਸਥਾਪਿਤ ਕਰ ਰਹੀ ਹੈ। ਉਸ ਵਿਸਥਾਪਿਤ द्रव ਦੇ ਭਾਰ ਦੇ ਬਰਾਬਰ ਹੀ ਉਸ ਵਸਤੂ ਉੱਤੇ ਉਛਾਲ ਬਲ ਲੱਗ ਰਿਹਾ ਹੋਵੇਗਾ। ਬੱਚਿਓ, ਭਾਵ ਕਿ ਜਦੋਂ ਤੁਸੀਂ ਕਿਸੇ ਵਸਤੂ ਨੂੰ ਪਾਣੀ ਵਿੱਚ ਡੁਬੋਗੇ ਤਾਂ ਉਹ ਜਿੰਨਾ ਵਾਟਰ ਜਾਂ ਕੋਈ ਵੀ ਹੋਰ ਲਿਕੁਇਡ ਉਹਨੂੰ ਡਿਸਪਲੇਸ ਕਰਦਾ ਹੈ ਉਨਾ ਹੀ ਉਹਦੇ ਤੇ ਅਪਵਰਡ ਫੋਰਸ ਲੱਗਦਾ ਹੈ, ਜਾਂ ਤੁਸੀਂ ਕਹਿ ਸਕਦੇ ਹੋ ਕਿ ਜਿੰਨਾ ਉਹਦੇ ਤੇ ਲਿਕੁਇਡ ਦੁਆਰਾ ਅਪਵਰਡ ਫੋਰਸ ਲੱਗਦਾ ਹੈ ਉਹਦੇ ਬਰਾਬਰ ਹੀ ਉਹ ਉਸ ਲਿਕੁਇਡ ਨੂੰ ਡਿਸਪਲੇਸ ਕਰ ਦਿੰਦਾ ਹੈ। ਇਸ ਨੂੰ ਅਸੀਂ ਇੱਕ ਐਕਸਪੈਰੀਮੈਂਟ ਦੁਆਰਾ ਸਮਝਾਂਗੇ। ਇੱਥੇ ਅਸੀਂ ਸਾਡੇ ਕੋਲ ਇੱਕ ਲਿਕੁਇਡ ਹੈ, ਅਸੀਂ ਵਾਟਰ ਹੀ ਲਿਆ ਬੱਚਿਓ। ਵਾਟਰ ਦੀ ਅਸੀਂ ਪਹਿਲਾਂ ਕਿੰਨਾ ਵਾਟਰ ਹੈ ਇਹਦੇ ਵਿੱਚ ਅਸੀਂ ਉਹ ਰੀਡਿੰਗ ਨੋਟ ਕਰ ਲਾਂਗੇ। ਪਹਿਲਾਂ ਇਹਦੇ ਵਿੱਚ 350 ml ਵਾਟਰ ਹੈ ਸਾਡੇ ਕੋਲ। ਅਸੀਂ ਇੱਕ weight ਲਿਆ ਤੇ ਉਹਨੂੰ ਸਪ੍ਰਿੰਗ ਬੈਲੈਂਸ ਨਾਲ ਬੰਨਿਆ। ਤੁਸੀਂ ਦੇਖੋ ਕਿ ਇਸ ਦਾ ਭਾਰ ਕਿੰਨਾ ਹੈ। ਤੁਸੀਂ ਦੇਖੋਗੇ ਕਿ ਇਸ ਸਪ੍ਰਿੰਗ ਬੈਲੈਂਸ ਦੀ ਰੀਡਿੰਗ ਨੂੰ ਧਿਆਨ ਨਾਲ ਦੇਖੋ। ਇਹ 180 ਗ੍ਰਾਮ ਜਿਹੜਾ ਮੈਂ weight ਲਿਆ ਉਹਦਾ ਬਾਹਰ ਹਵਾ ਵਿੱਚ ਭਾਰ ਜਿਹੜਾ ਹੈ ਉਹ 180 ਗ੍ਰਾਮ ਹੈ। ਹੁਣ ਜਦੋਂ ਇਸ weight ਨੂੰ ਪਾਣੀ ਵਿੱਚ ਡੁਬੋਇਆ ਜਾਏਗਾ ਤਾਂ ਇਹ ਭਾਰ ਇਸ ਦਾ ਥੋੜਾ ਜਿਹਾ ਘੱਟ ਆਏਗਾ। ਕਿਉਂ ਘੱਟ ਆਏਗਾ? ਕਿਉਂਕਿ ਇਹਦਾ weight ਅਪਵਰਡ ਫੋਰਸ ਨੂੰ ਬੈਲੈਂਸ ਕਰਨ ਦੇ ਵਿੱਚ ਯੂਜ਼ ਹੋਇਆ ਤੇ ਇਹ ਆਪਣੇ ਭਾਰ ਦੇ ਬਰਾਬਰ ਮੀਨਸ ਅਪਵਰਡ ਫੋਰਸ ਦੇ ਬਰਾਬਰ ਹੀ ਇਸ ਲਿਕੁਇਡ ਨੂੰ ਡਿਸਪਲੇਸ ਕਰੇਗਾ। ਆਓ ਹੁਣ ਇਸ ਨੂੰ ਅਸੀਂ ਪਾਣੀ ਵਿੱਚ ਪਾਈਏ। ਬੱਚਿਓ, ਤੁਸੀਂ ਆਪਣੀਆਂ ਕਾਪੀਜ਼ ਦੇ ਵਿੱਚ ਇਹ ਇਨੀਸ਼ੀਅਲ ਰੀਡਿੰਗਸ ਭਾਰ ਦੀਆਂ ਔਰ ਪਾਣੀ ਦੀਆਂ ਜ਼ਰੂਰ ਨੋਟ ਕਰਨੀਆਂ ਹਨ। ਦੇਖੋ ਬੇਟਾ, ਜਦੋਂ ਅਸੀਂ ਇਹਨੂੰ ਪਾਣੀ ਵਿੱਚ ਪਾਇਆ ਤਾਂ ਇਹਦੀ ਨਵੀਂ ਰੀਡਿੰਗ ਨੋਟ ਕਰੋ। ਪਾਣੀ ਦੀ ਨਵੀਂ ਰੀਡਿੰਗ ਜਿਹੜੀ ਹੈ ਉਹ 380 ml ਮਤਲਬ 380 ml ਜਿਹੜਾ ਹੈ ਪਾਣੀ ਉਹ ਇਸ weight ਨੇ ਡਿਸਪਲੇਸ ਕੀਤਾ। ਹੁਣ ਤੁਸੀਂ ਉੱਪਰ ਇਹਦੀ ਰੀਡਿੰਗ ਦੇਖੋ। ਇਹਦੇ ਭਾਰ ਵਿੱਚ ਜਿਹੜੀ ਕਟੌਤੀ ਆਈ ਹੈ ਉਹ ਕਿੰਨੀ ਹੈ? ਇਹਦਾ ਭਾਰ ਹੁਣ ਸਪ੍ਰਿੰਗ ਬੈਲੈਂਸ ਦੇ ਉੱਤੇ 150 ਗ੍ਰਾਮ ਸ਼ੋ ਹੋ ਰਿਹਾ ਹੈ। ਇਟ ਮੀਨਸ ਇਹਦੇ ਭਾਰ ਵਿੱਚ ਕਟੌਤੀ ਆਈ 30 ਗ੍ਰਾਮ ਤੇ ਇਹਨੇ ਵਾਟਰ ਡਿਸਪਲੇਸ ਕੀਤਾ 30 ml। ਸੋ 30 ਗ੍ਰਾਮ ਜਿਹੜਾ ਇਹਦਾ ਭਾਰ ਸੀ ਉਹ ਅਪਵਰਡ ਫੋਰਸ ਨੂੰ ਬੈਲੈਂਸ ਕਰਨ ਵਿੱਚ ਯੂਜ਼ ਹੋਇਆ ਤੇ ਉਹਦੇ ਬਰਾਬਰ ਹੀ ਇਹਨੇ ਵਾਟਰ ਨੂੰ ਡਿਸਪਲੇਸ ਕਰਤਾ। ਸੋ ਆਰਕਮੀਡੀਜ਼ ਦੇ ਪ੍ਰਿੰਸੀਪਲ ਨੂੰ ਅਸੀਂ ਐਵੇਂ ਦੇਖ ਸਕਦੇ ਹਾਂ ਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਪਾਣੀ ਵਿੱਚ ਡੁਬੋਨੇ ਆ ਤਾਂ ਆਪਣੇ ਭਾਰ ਦੇ ਬਰਾਬਰ ਵਾਟਰ ਨੂੰ ਜਾਂ ਕਿਸੇ ਵੀ ਲਿਕੁਇਡ ਨੂੰ ਡਿਸਪਲੇਸ ਕਰਦੀ ਹੈ ਕਿਉਂਕਿ ਉਹਦਾ ਉਹ ਭਾਰ ਲਿਕੁਇਡ ਦੁਆਰਾ ਲਗਾਏ ਗਏ ਅਪਵਰਡ ਫੋਰਸ ਨੂੰ ਬੈਲੈਂਸ ਕਰਨ 'ਚ ਯੂਜ਼ ਹੁੰਦਾ। ਤੇ ਜਦੋਂ ਤੁਸੀਂ ਇਸ ਨੂੰ ਬਾਹਰ ਕੱਢੋਗੇ then again you will see ਕਿ ਇਸ ਚੀਜ਼ ਦਾ ਭਾਰ ਜਿਹੜਾ ਹੈ ਉਹ ਦੁਬਾਰਾ 180 ਗ੍ਰਾਮ ਦੀ ਰੀਡਿੰਗ ਸਾਡੇ ਕੋਲ ਹੈ। ਰਾਈਟ? ਤੇ ਬੱਚਿਓ, ਵਾਟਰ ਜਿਹੜਾ ਹੈ ਉਹ ਦੁਬਾਰਾ ਆਪਣੀ ਪਹਿਲੀ ਪੋਜੀਸ਼ਨ 350 ml ਤੇ ਆ ਗਿਆ। ਸੋ ਇਟ ਮੀਨਸ 30 ਗ੍ਰਾਮ weight ਨੇ 30 ml ਵਾਟਰ ਨੂੰ ਡਿਸਪਲੇਸ ਕੀਤਾ। So it is all about Archimedes' principle.